ਔਰ ਬੋਰਡ ਦੀ ਚਲਾਕੀ ਦੇਖੋ, ਬੋਰਡ ਦੀ ਚੋਣ ਦੇ ਵਿੱਚ ਚਲਾਕੀ ਦੇਖੋ। ਫਿਰ ਹੋਰ ਪਿੱਛੇ ਗਈ ਮੈਂ ਵੀ ਪਿਛਲੇ 10 ਕੁ ਸਾਲਾਂ ਤੋਂ ਤਾਂ ਬੜਾ ਆਰਾਮ ਸੀਗਾ ਬਈ ਪਾਕਿਸਤਾਨ ਜੀ ਆਪਣੇ ਪੱਬਾਂ ਭਾਰ ਚੱਲ ਰਹੀ ਹੈ, ਵੱਡੀ ਹੁਣ ਸੰਸਥਾ ਹੋ ਗਈ। ਔਰ ਚਰਨਪਾਲ ਉਹਨਾਂ ਦੇ ਕੀਤੇ ਹੋਏ ਕੰਮ ਹੈ ਜਿਹੜਾ ਉਸ ਵਕਤ ਦੇ ਅਣਥੱਕ ਮਿਹਨਤ ਕਰਨ ਵਾਲੇ ਬੇਅੰਤ ਲੋਕਾਂ ਦੀ ਮਿਹਨਤ ਦੇ ਸਦਕਾ ਜਿਹੜੀ ਪੈਕਸਾ ਉਡਾਰੀਆਂ ਮਾਰ ਰਹੀ ਹੈ। ਅੱਛੀ ਗੱਲ ਹੈ, ਹੁਣ ਗੱਡੀ ਰੁੜ ਪਈ ਹੈ, ਇਸ ਲਈ 10 ਕੁ ਸਾਲ ਮੈਂ ਵੀ ਵੇਸਲੀ ਰਹੀ। ਪਹਿਲਾਂ ਉਸ ਤੋਂ ਪਹਿਲਾਂ ਜ਼ਿਆਦਾ ਧਿਆਨ ਰਹਿੰਦਾ, ਵਿੱਚ ਇਨਵੋਲਵਮੈਂਟ ਜ਼ਿਆਦਾ ਰਹਿੰਦੀ। ਜਦੋਂ ਪੱਤਰੇ ਖੁੱਲ੍ਹਣੇ ਸ਼ੁਰੂ ਹੋਏ ਮੈਂ ਹੈਰਾਨੀ ਹੋ ਗਈ। ਮੈਂ ਕਿਹਾ ਇਹ ਤਾਂ ਐਂ ਆ ਵੀ ਜੇ ਮੈਂ ਬਾਪੂ ਦੀ ਜਾਗੀਰਦਾਰੀ ਹੈ ਜਿਹੜੀ ਮਿਲ ਗਈ, ਚਲੋ ਜੀ ਮੌਜਾਂ ਕਰ ਲਓ, ਜਿਵੇਂ ਮਰਜ਼ੀ ਕਰੋ। ਜਿਹਨੂੰ ਪੁੱਤਰਾਂ ਦੇਖਾਂ ਉਹੀ ਅਖੀਰ ਦੇ ਵਿੱਚ ਜਾ ਕੇ ਲੱਭਿਆ ਮੈਂ ਇਹ ਬੰਦੇ ਤਾਂ ਚੰਗੇ ਭਲੇ ਸੀਗੇ, ਇਹਨਾਂ ਨੂੰ ਕੀ ਹੋ ਗਿਆ? ਤਾਂ ਦੇਖਿਆ ਵੀ ਫੁਲਕਾਰੀ ਦਾ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਚੀਮੇ ਦੀਆਂ ਸਕੀਮਾਂ ਦੇ ਅੰਤਰਗਤ। ਫੁਲਕਾਰੀ ਦਾ ਇਸ ਤਰ੍ਹਾਂ ਵੀ ਰੂੜੀ ਥੱਲੇ ਜਿਹੀ ਨਹੀਂ ਮਰ ਰਹੀ ਹੋਵੇ, ਉੱਤੇ ਫੁਲਕਾਰੀ ਹੋਵੇ ਤਾਂ ਕਿ ਇਹਦੇ ਨਾਲ ਜਿਹੜਾ ਅਕਸ ਹੈ ਉਹ ਸਾਫ਼ ਰਹੇ। ਪਰ ਕਹਿੰਦੇ ਨੇ ਕਿ ਮਾੜੀ ਨੀਤ ਹਮੇਸ਼ਾ ਉਜਾਗਰ ਹੁੰਦੀ ਹੈ। ਜਦੋਂ ਉਸ ਟਾਈਮ ਤੇ ਸਭ ਤੋਂ ਜ਼ਿਆਦਾ ਘਿਨਾਉਣਾ ਵਾਤਾਵਰਨ ਸਮਝਿਆ ਚ ਆਇਆ, ਜਦੋਂ ਪਿਕਸ ਨੂੰ ਅੱਡਾ ਬਣਾ ਕੇ ਆਪਣੀ ਨਿੱਜੀ ਮਫਾਦ ਦੀਆਂ ਜਿਹੜੀਆਂ ਡੀਲਾਂ ਨੇ ਉਹਨਾਂ ਬਾਰੇ ਸਾਹਮਣੇ ਆਈ ਗੱਲਬਾਤ ਕਿ ਕਿਸ ਪ੍ਰਕਾਰ ਸਾਡੀ ਵੱਡੀ ਕਮਿਊਨਿਟੀ ਦੀ ਜਿਹੜੀ ਸੁਸਾਇਟੀ ਸੰਸਥਾ ਬਣਾਈ ਹੈ ਉਸ ਦੇ ਪਲੇਟਫਾਰਮ ਨੂੰ ਆਪਣੇ ਨਿੱਜੀ ਮਫਾਦ ਦੇ ਲਈ ਵਰਤਿਆ ਜਾ ਰਿਹਾ, ਬੜੇ ਨਸੰਗ ਤਰੀਕੇ ਨਾਲ ਵਰਤਿਆ ਜਾ ਰਿਹਾ। ਔਰ ਇਹ ਵੀ ਚਾਲਾਂ ਸਾਹਮਣੇ ਆਈਆਂ ਕਿ ਕਿਸ ਪ੍ਰਕਾਰ ਜਿਹੜੇ ਲੋਕਾਂ ਨੇ ਇੰਨਾ ਲੰਮਾ ਸਮਾਂ ਤੱਕ ਪਿਕਸ ਨੂੰ ਬਣਾਉਣ ਦੇ ਵਿੱਚ ਵਕਤ ਲਾਇਆ, ਚਰਨਪਾਲ ਅੰਕਲ ਹੋਰਾਂ ਨੇ, ਉਹਨਾਂ ਨੂੰ ਕਿਸ ਸਕੀਮ ਦੇ ਅੰਤਰਗਤ ਕੱਢਿਆ ਗਿਆ, ਕਿਵੇਂ ਟੋਲੀ ਆ ਜਿਹੜੀ ਉਹ ਵਰਤ ਕੇ ਗਾਂਹ ਤੁਰਦੀ ਗਈ। ਮਿੰਨੇ ਲੋਕਾਂ ਦੇ ਮੁਤਲਕ ਇੱਕ ਮੁਹਾਵਰਾ ਅਸ਼ਾਨਾ ਸੁਣਦੇ ਆ, ਬੜਾ ਟੇਢਾ ਮੁਹਾਵਰਾ ਹੈ, ਪਰ ਮੇਰਾ ਖਿਆਲ ਹੈ ਹਰ ਪੰਜਾਬੀ ਸਮਝਦਾ ਹੋਵੇਗਾ। ਇਹੋ ਜਿਹੇ ਲੋਕਾਂ ਦੀ ਪ੍ਰਵਿਰਤੀ ਅਗਰ ਪਿਕਸ ਦੇ ਵਿੱਚ ਹੈ, ਹਾਂ ਮੈਂ ਔਨ ਏਅਰ ਤੁਹਾਡੇ ਨੂੰ ਨਹੀਂ ਕਹਿ ਸਕਦੀ, ਕਦੇ ਪੁੱਛ ਲੈਣਾ ਮੈਨੂੰ ਮਿਲੋ ਕਿਧਰੇ, ਮੈਂ ਤੁਹਾਡੇ ਮੁਹਾਵਰਾ ਮੂੰਹ ਤੇ ਬੋਲਣ ਦੇ ਵਿੱਚ ਵੀ ਨਸੰਗ ਰਹਾਂਗੀ। ਜਿਹੜੇ ਲੋਕ ਸਾਡੀ ਸੰਸਥਾ ਨੂੰ ਇੰਨੇ ਨਸੰਗ ਤੇ ਸ਼ਰਮਨਾਕ ਤਰੀਕੇ ਨਾਲ ਆਪਣੇ ਨਿੱਜੀ ਮਫਾਦ ਲਈ ਵਰਤ ਰਹੇ ਆ, ਜਿਨ੍ਹਾਂ ਨੇ ਸਾਡੇ ਮਾਸ਼ਰੇ ਦੇ ਵਿੱਚ ਜਿਨ੍ਹਾਂ ਦਾ ਅਕਸ ਇਹ ਹੈ ਕਿ ਤਕਲੀਫ ਦੇ ਵਿੱਚ ਲੋਕਾਂ ਦੀ ਮਦਦ ਕਰਨਾ, ਮਦਦ ਦੇ ਪਲੇਟਫਾਰਮ ਦੇ ਉੱਤੇ ਬੈਠ ਕੇ ਆਪਣੀਆਂ ਜੇਬਾਂ ਭਰਦੇ ਨੇ, ਆਪਣੇ ਮਫਾਦ ਪੂਰੇ ਕਰਦੇ ਨੇ ਜਾਂ ਆਪਣੀ ਐਆਸ਼ੀ ਕਰਦੇ ਨੇ, ਉਹਨਾਂ ਲਈ ਮੇਰੇ 'ਚ ਤਾਂ ਟੋਲਰੈਂਸ ਜ਼ੀਰੋ ਹੈ। ਆਪਣਾ ਵਪਾਰ ਕਰੋ, ਜੋ ਮਰਜ਼ੀ ਕਰੋ, ਤੁਸੀਂ ਅਯਾਸ਼ੀ ਕਰੋ, ਖਰਾਸ਼ੀ ਕਰੋ, ਉਹ ਤੁਹਾਡਾ ਆਪਣਾ ਨਿੱਜੀ ਪੱਖ ਹੈ। ਪਰ ਉਹ ਸੰਸਥਾ ਜਿਹਨੂੰ 40 ਸਾਲਾਂ ਤੋਂ ਐਸ ਸਰਕਾਰ ਦੇ ਵਿੱਚ ਬੈਠੇ ਹੋਏ ਸਪੀਕਰ ਦੀ ਕੁਰਸੀ ਤੋਂ ਲੈ ਕੇ ਮਿਨਿਸਟਰਾਂ ਨੇ ਵੀ ਆਪਣੀ ਜ਼ਿੰਦਗੀ ਦੇ ਕਿੰਨੇ ਦਹਾਕੇ ਇਸ ਸੰਸਥਾ ਨੂੰ ਇੱਥੇ ਤੱਕ ਪਹੁੰਚਾਉਣ 'ਚ ਲਾਏ ਨੇ, ਔਰ ਕੁਝ ਲਾਉਂਦੇ ਮਰ ਗਏ, ਉਹਨਾਂ ਦੀ ਮਿਹਨਤ ਨੂੰ ਤੁਸੀਂ ਇਸ ਪ੍ਰਕਾਰ ਸ਼ਰਮਸ਼ਾਰ ਕਰੋ, ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਚਾਹੀਦਾ। ਚਾਹੇ ਉਹ CEO, ਚਾਹੇ ਉਹ ਬੋਰਡ ਮੈਂਬਰਸ ਨੇ, ਚਾਹੇ ਉਹ ਬੋਰਡਾਂ ਦੇ ਮੁਖੀ ਨੇ। ਸਾਨੂੰ ਆਪਣੇ ਕਿਰਦਾਰ ਤੇ ਅਕੀਦੇ ਦਾ ਮਾਪਦੰਡ ਹੈ ਜਿਹਦਾ ਗਿਰਾਵਟ ਦੇ ਵਿੱਚ ਲਿਆਂਦਾ ਗਿਆ ਕੁਝ ਕੁ ਲਾਲਚੀ ਲੋਕਾਂ ਵੱਲੋਂ, ਉਸ ਨੂੰ ਮੁੜ ਬਹਾਲ ਕਰਨਾ ਹੋਏਗਾ। ਅਸੀਂ ਉਹ ਕੌਮ ਆ ਜਿਹੜੀ ਦੇਣ ਦੇ ਵਿੱਚ ਯਕੀਨ ਕਰਦੇ ਹਾਂ, ਮਦਦ ਅਸੀਂ ਦੇਣੀ ਚਾਹੁੰਦੇ ਹਾਂ, ਮਦਦ ਅਸੀਂ ਬਹਾਲ ਕਰਨੀ ਚਾਹੁੰਦੇ ਹਾਂ। ਅਸੀਂ ਉਹ ਮਾਸ਼ਰਾ ਹਾਂ ਜਿਹੜਾ ਦੁਨੀਆ ਭਰ ਦੇ ਵਿੱਚ ਜਦੋਂ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਉਦੋਂ ਅਸੀਂ ਉੱਥੇ ਖੜੇ ਹੁੰਦੇ ਹਾਂ। ਔਰ ਦਿਨ ਚੁਣਿਆ 10 ਸਤੰਬਰ। ਇਸ ਦੇ ਬਾਰੇ ਵੀ ਡਿਟੇਲ 'ਚ ਤੁਹਾਡੇ ਨਾਲ ਜ਼ਰੂਰ ਮੈਂ ਗੱਲ ਕਰਨੀ ਚਾਹਾਂਗੀ। 10 ਸਤੰਬਰ ਬਾਰੇ ਸਾਰਿਆਂ ਨੂੰ ਸਾਨੂੰ ਪਤਾ ਕਿ ਰੈਫਰੈਂਡਮ ਹੋਣਾ ਹੈ, ਔਰ ਕਿੰਨੇ ਲੰਮੇ ਸਮੇਂ ਤੋਂ ਇਸ ਤਰੀਕ ਦਾ ਐਲਾਨ ਕੀਤਾ ਜਾ ਰਿਹਾ ਹੈ, ਜਦੋਂ ਕਿ ਜ਼ਿਆਦਾਤਰ ਵੱਡਾ ਭਾਈਚਾਰਾ ਹੈ ਜਿਹੜਾ ਉਸ ਪਾਸੇ ਨੂੰ ਡਿਸਟਰੈਕਟ ਹੋਇਆ ਹੋਣਾ, ਉਸੇ ਦਿਨ ਨੂੰ ਚੁਣਿਆ ਗਿਆ। ਇਹ ਚਾਲ ਨਹੀਂ, ਇਹ ਸਕੀਮ ਨਹੀਂ ਹੈ ਚੀਮੇ ਦੀ, ਤਾਂ ਹੋਰ ਕੀ ਹੈ? ਕੋਈ ਵੀ ਵਿਅਕਤੀ ਜਿਹੜਾ ਆਮ ਵਿਅਕਤੀ ਹੈ, ਜਿਹੜਾ ਨਿਊਟਨ 'ਚ ਰਹਿੰਦਾ ਹੈ, ਜਿੱਥੇ ਨਿਊਟਨ ਦੇ ਵਿੱਚ 75A ਦੇ ਉੱਤੇ ਸਾਡੀ ਇਹ ਸੰਸਥਾ ਹੈ ਔਰ ਅਫੀਲੀਏਸ਼ਨ ਵੱਡੇ ਤੌਰ 'ਤੇ ਹੈ, ਔਰ ਉਹ ਲੋਕ ਜਿਹੜੇ ਰੱਬ 'ਚ ਯਕੀਨ ਕਰਦੇ ਆ, ਉਹ ਲੋਕ ਜਿਹੜੇ ਦਾਨ ਦੇਣ ਲੱਗੇ ਵੀ ਆਪਣਾ ਦਸੌਂਧ ਕੱਢਦੇ ਆ, ਸਮਾਜਿਕ ਆਪਣਾ ਫਰਜ਼ ਸਮਝਦੇ ਆ,
ਉਹ 10 ਸਤੰਬਰ ਨੂੰ ਇਸੇ ਦੁਪਹਿਰ ਦੇ ਵਕਤ ਦੇ ਵਿੱਚ ਰੈਫਰੈਂਡਮ ਵਾਲੇ ਪਾਸੇ ਰੁੱਝੇ ਹੋਏ ਹੋਣੇ ਆ। ਅਰੇ ਉਸ ਟਾਈਮ ਤੇ AGM ਕਰਵਾ ਰਹੇ ਨੇ ਤਾਂ ਕਿ ਘੱਟ ਤੋਂ ਘੱਟ ਇਹਨਾਂ ਦੇ ਗਿਣੇ ਚੁਣੇ ਜਿਹੜੇ ਲੋਕ ਨੇ, ਇਹਨਾਂ ਦੇ ਥਾਪੜੇ ਹੋਏ ਜਿਹੜੇ ਲੋਕ ਨੇ, ਉਹੀ ਉੱਥੇ ਪਹੁੰਚ ਸਕਣ, ਬਾਕੀ ਲੋਕ ਨਾ ਆਉਣ ताकि अपनी चमदियाँ चला सकन। और दीदी आज तारीख सितंबर 1 तारीख हो गई है, 9 दिनों में AGM होने जा रही है पिक्स की। What about all those life members जिनको अभी तक email नहीं पहुंचे? I talked about 15, approximately I should say more than 15, but 15 already has told me they haven't got the email yet. और 9 दिन रह गए हैं पिक्स के AGM में, and they are lifetime members that did not receive the email. So what is he trying to do? Is he trying to get people on the last day, email last day भेजे गए, so that nobody is prepared for this meeting? इतना secretive क्यों है? क्या लास्ट ईयर की तरह AGM मीटिंग कितने बोर्ड मेंबर सॉरी लाइफ टाइम मेंबर्स को पता ही नहीं सी कि पिक्स की AGM हो रही है? Is he gonna do that same secretive AGM this time as well? इस वक्त भी इसी तरह से secretive AGM मीटिंग होगा, so that CEO सतबीर चीमा अपने यार बेलियों को बोर्ड ऑफ डायरेक्टर्स बना के ये सारा काम फिर दोबारा करेंगे पिक्स में? This is something you have to think about कि पिक्स के अंदर हो क्या रहा है। यार बेलियां, बकरे पार्टी वाले, शराब छलकाने वाले सारे सतबीर के साथ वहाँ मौजूद बैठे बोर्ड में, so that he can do anything he wants and nobody can question him. क्वेश्चन करना मुश्किल हो जाएगा। फिर बोर्ड ऑफ डायरेक्टर्स के जो कैपेबिलिटीज़ है वो देखो, इनके बायोग्राफी क्या है वो देखो। एक दागी सस्पेंडेड रियल्टर, तो दूसरा पिक्स के ही फायर्ड किया हुआ अल्कोहल के वजह से बोर्ड ऑफ डायरेक्टर में बैठा है। क्या पिक्स के बोर्ड ऑफ डायरेक्टर में सिर्फ शराबी कबाबी लोग ही बैठ सकते हैं जो सवाल जवाब नहीं दे सके? पिक्स के बोर्ड ऑफ डायरेक्टर्स में पढ़े लिखे नौजवान क्यों नहीं आ सकते, जो काम भी करना जानते हैं और सवाल भी पूछना जानते हैं? किस बात की डर है सतबीर चीमा को कि ये बोर्ड ऑफ डायरेक्टर्स आ जाएंगे तो इन्हें कोई प्रॉब्लम्स आ जाएगी? और ये भी पूछना चाहूंगी कि कितने साल और CEO बनकर बैठा रहेगा सतबीर चीमा? क्या इसने लाइफ टाइम का CEO पोजीशन ले लिया है और बोर्ड ऑफ डायरेक्टर्स ये सवाल नहीं उठा सके उससे? सो ये सारी बातें जरूर गौर करो, हो क्या रहा है पिक्स के अंदर। जरूर इस बारे में बातचीत हम जारी रखेंगे, बट विल टेक अ क्विक कमर्शियल ब्रेक। एक्सप्रैस एंट्री ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ। BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ। ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ। ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ। ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 209 7928 128 ਸਟਰੀਟ 604-597-1119 ਆਈਡੀਆ ਇਮੀਗ੍ਰੇਸ਼ਨ। घर दा प्लान ते बन गया, टूटियां ते टब कित्थों लेने आ शेरिया? सरदार नॉर्थ अमेरिका ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ। ਇਹ ਤਾਂ ਬਿਨਾ ਕਿਤੇ ਹੋਰ ਗੱਲ ਨਹੀਂ ਬਣਨੀ। कमाओए फोन 604 231 95 92। ਹੁਣੇ ਲਓ ਸਰਦਾਰ 604 231 95 92। ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ। ਕਾਲ HTA 604 231 9592। बिरयानी, गोट कढ़ाई, निहारी चिकन कढ़ाई, बाबा की बीफ कबाब कढ़ाई। ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ। ਚਾਹੇ वो बिरयानी हो या फिर गोट कढ़ाई, कल दे डिनर भुल नहीं सकती। अभी भी हाथों से खुशबू नहीं जा रही। ਹਾਂ ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ। ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ। ਟੈਲੀਫੋਨ ਨੰਬਰ 2364661119। ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ। ਹਾਊਸ ਆਫ ਚਿਕਨ।
ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000। ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ। ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000, ਯੂਨੋ ਨੰਬਰ 403 83 18 120 ਸਟਰੀਟ ਸਰੀ, ਜਾਂ ਵਿਜ਼ਿਟ ਕਰੋ www.newworldcanada.ca। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ 2533217007, ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ, ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਕੱਕਾ ਖੱਕਾ ਗੱਗਾ ਖੱਗਾ ਘਰ। ਪਾਪਾ ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ? ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 वीडियो इज द प्लेटफॉर्म तो जी प्रोग्राम आप सब तक पहुंचाने साडे सहयोगी ने ब्लैक एंड वाइट ऑटोमोटिव। एक्सीडेंट हो गया, गड्डी टुट भज गई है। टुटी भजी गड्डी ਨੂੰ ਨਵੀਂ ਨਕੋਰ ਬਣਾ ਕੇ ਦੇਣਗੇ ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ। ਬੈਸਟ ਕਸਟਮਰ ਸਰਵਿਸ ਦਿੰਦੇ ਨੇ, ਕੰਮ ਲਾਜਵਾਬ ਕਰਦੇ ਨੇ, ਪ੍ਰੋਫੈਸ਼ਨਲ ਨੇ ਪੂਰੇ, ਪਰਫੈਕਟ ਕਲਰ ਮੈਚਿੰਗ ਕਰਨ ਦੇ ਵਿੱਚ ਮਾਹਰ। ਬਲੈਕ ਐਂਡ ਵਾਈਟ ਆਟੋ ਬਾਡੀ ਵਾਲਿਆਂ ਦਾ ਕਹਿਣਾ ਕਿ ਕਲੇਮ ਤੁਹਾਡਾ ਪ੍ਰਾਈਵੇਟ ਹੈ ਜਾਂ ICBC ਦੇ ਅੰਤਰਗਤ ਆਪਣੀ ਟੁੱਟੀ ਭੱਜੀ ਗੱਡੀ ਨੂੰ ਤੁਸੀਂ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਪੁਸ਼ਮਿੰਦਰ ਗੁਰਮ ਉਹਨਾਂ ਨੂੰ ਇੱਕ ਕਾਲ ਜ਼ਰੂਰ ਕਰੋ 6045030988 604 503 0988। ਪਤਾ ਹੈ ਯੂਨਿਟ ਨੰਬਰ 1620 7823 132 ਸਟੇਟ। ਬਲੈਕ ਐਂਡ ਵਾਈਟ ਆਟੋ ਬਾਡੀ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਪ੍ਰੋਗਰਾਮ ਆਪ ਸਭ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗੀ ਨੇ। ਸ਼ਾਹੀ ਕੇਟਰਿੰਗ ਐਂਡ ਸਵੀਟਸ ਐਂਡ ਰੈਸਟੋਰੈਂਟ ਦੇ ਮਾਲਕ ਸਰਦਾਰ ਕੁਲਵਿੰਦਰ ਸਿੰਘ ਪੁੰਨੀ ਪ੍ਰੋਗਰਾਮ ਆਪ ਸਭ ਤੱਕ ਪਹੁੰਚਾ ਰਹੇ ਨੇ। ਪੁੰਨੀ ਸਾਹਿਬ ਉਹਨਾਂ ਨਾਲ ਸੰਪਰਕ ਕਰਨ ਲਈ ਟੈਲੀਫੋਨ ਨੰਬਰ 6046711400 ਹੈ। ਕੇਟਰਿੰਗ ਦੀ ਦੁਨੀਆ ਦੇ ਵਿੱਚ ਆਪਣਾ ਵਿਸ਼ੇਸ਼ ਸਥਾਨ ਬਣਾ ਚੁੱਕੇ ਸਰਦਾਰ ਕੁਲਵਿੰਦਰ ਸਿੰਘ ਪੁੰਨੀ ਉਹਨਾਂ ਦਾ ਕਹਿਣਾ ਕਿ ਕੇਟਰਿੰਗ ਛੋਟੀ ਤੋਂ ਛੋਟੀ ਹੈ ਜਾਂ ਫਿਰ ਵੱਡੀ ਤੋਂ ਵੱਡੀ ਹੈ। 150 ਬੰਦੇ ਦੀ ਕੈਪੈਸਿਟੀ ਦੇ ਹਾਲ ਵਾਲੇ ਹਾਲ ਦੇ ਵਿੱਚ ਪਾਰਟੀ ਕਰਨਾ ਚਾਹੁੰਦੇ ਹੋ ਤਾਂ 6046711400 ਤੇ ਕਰ ਸਕਦੇ ਹੋ ਕਾਲ। ਸ਼ਾਹੀ ਕੇਟਰਿੰਗ ਐਂਡ ਸਵੀਟਸ ਐਂਡ ਰੈਸਟੋਰੈਂਟ ਦਾ ਪਤਾ ਹੈ 12815 85th ਐਵਨਿਊ 128 ਸਟਰੀਟ ਤੇ 85 ਐਵਨਿਊ ਦੇ ਬਿਲਕੁਲ ਕੋਨੇ ਦੇ ਉੱਤੇ ਆਓ। ਵੈਜ ਨੌਨ ਵੈਜ ਥਾਲੀਆਂ ਦਾ ਆਨੰਦ ਮਾਣੋ। ਹਰ ਪ੍ਰਕਾਰ ਦੇ ਪਰੌਂਠੇ, ਲਾਹੌਰੀ ਕੁਲਚਾ, ਗੋਟ ਮੀਟ ਕਰੀ ਦੇ ਨਾਲ ਤਾਜ਼ਾ ਮਠਾਈ ਤੇ ਵਿਆਹ ਦੀ ਭਾਜੀ ਬਣਵਾਉਣੀ ਹੈ ਤਾਂ ਜ਼ਰੂਰ ਕਰੋ ਕਾਲ ਸਰਦਾਰ ਕੁਲਵਿੰਦਰ ਸਿੰਘ ਪੁੰਨੀ ਹੋਰਾਂ ਨੂੰ 6046711400 ਦੇ ਉੱਤੇ। ਬਾਕੀ ਜੀ ਗ੍ਰੇਟ ਬਲਾਈਂਡ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਬੈਸਟ ਪਲੇਸ ਹੈ ਮਾਡਰਨ ਡਿਜ਼ਾਈਨ ਦੇ ਬਲਾਈਂਡਸ ਨੂੰ ਖਰੀਦਣ ਦੇ ਲਈ ਆਰਡਰ ਕਰ ਸਕਦੇ ਹੋ। ਖੁਦ ਮੈਨੂਫੈਕਚਰਰ ਨੇ, ਸੋ ਬਿਲਕੁਲ ਲੇਟੈਸਟ ਮਾਡਰਨ ਡਿਜ਼ਾਈਨ ਦੇ ਬਲਾਈਂਡਸ ਬਣਾਉਣ ਦੇ ਵਿੱਚ ਮਾਹਰ ਨੇ। ਘਰ ਬਣਾ ਰਹੇ ਹੋ ਨਵਾਂ ਜਾਂ ਰੈਨੋਵੇਟ ਕਰ ਰਹੇ ਹੋ ਤਾਂ ਗ੍ਰੇਟ ਬਲਾਈਂਡਸ ਦੇ ਸ਼ੋਰੂਮ ਦੇ ਵਿੱਚ ਜ਼ਰੂਰ ਮਾਰੋ ਗੇੜਾ। ਯੂਨਿਟ ਨੰਬਰ 14 13478 78th ਐਵਨਿਊ 6045037007 ਤੇ ਕਰੋ ਵਿਜ਼ਿਟ। ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ, ਅਵਰਨ, ਵਾਸ਼ਿੰਗਟਨ ਸਟੇਟ। ਟੈਲੀਫੋਨ ਨੰਬਰ 2533217007। ਪੈਰਾਮਾਊਂਟ ਕਾਰਪੇਟ ਕਲੀਨਿੰਗ ਵਾਲੇ ਮਾਨਸਾ ਪ੍ਰੋਗਰਾਮ ਦੇ ਸਪਾਂਸਰ ਨੇ। ਆਪਣੇ ਬਿਜ਼ਨਸ ਤੇ ਜਾਂ ਫਿਰ ਘਰ ਦੇ ਵਿਖੇ ਕਿਤੇ ਵੀ ਤੁਸੀਂ ਕਾਰਪੇਟ ਕਲੀਨ ਕਰਾਉਣਾ ਜਾਂ ਫਲੋਰ ਟਾਇਲਸ ਕਲੀਨ ਕਰਾਉਣੀਆਂ ਨੇ ਤਾਂ ਪੈਰਾਮਾਊਂਟ ਕਾਰਪੇਟ ਕਲੀਨਿੰਗ ਵਾਲਿਆਂ ਨਾਲ ਕਰੋ ਸੰਪਰਕ 6048613600 ਦੇ ਉੱਤੇ। ਇਹਨਾਂ ਪਾਸ ਹੈਵੀ ਡਿਊਟੀ ਟਰੱਕ ਮਾਊਂਟਡ ਸਟੀਮ ਕਲੀਨਿੰਗ ਸਿਸਟਮ ਹੈ। ਇਸ ਕਰਕੇ ਕਮਰਸ਼ੀਅਲ, ਰੈਜ਼ੀਡੈਂਸ਼ੀਅਲ ਬਿਲਡਿੰਗ, ਆਫਿਸਸ, ਬੈਂਕਟ ਹਾਲਸ ਦੇ ਬੈਸਟ ਕਾਰਪੇਟ ਤੇ ਫਲੋਰ ਕਲੀਨਿੰਗ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਮਾਹਰ। ਪੈਰਾਮਾਊਂਟ ਕਾਰਪੇਟ ਕਲੀਨਿੰਗ ਵਾਲਿਆਂ ਦਾ ਕਹਿਣਾ ਕਿ ਤੁਸੀਂ ਕਾਰਪੇਟ ਕਲੀਨਿੰਗ ਕਰਾਉਣੀ ਆ, ਅਪਹੋਲਸਟਰੀ ਕਲੀਨਿੰਗ, ਮੈਟਰਸ ਕਲੀਨਿੰਗ, ਡਕ ਕਲੀਨਿੰਗ, ਫਰਨਿਸ ਕਲੀਨਿੰਗ ਦੇ ਨਾਲ ਟਾਈਲ ਤੇ ਗਰਾਊਟ ਕਲੀਨਿੰਗ, ਫਲੋਰ ਟਾਇਲਸ, ਕਿਚਨ ਟਾਇਲ ਤੇ ਵਾਸ਼ਰੂਮ ਟਾਇਲਸ ਕਲੀਨ ਕਰਾਉਣੀਆਂ ਨੇ
ਤਾਂ ਪੈਰਾਮਾਊਂਟ ਕਾਰਪੈਟ ਕਲੀਨਿੰਗ ਦੇ ਮਾਨ ਸਾਹਿਬ ਨੂੰ ਕਰੋ ਕਾਲ 604 861 3600 ਦੇ ਉੱਤੇ 604 861 3600 ਦੇ ਉੱਤੇ ਤੁਸੀਂ ਕਾਲ ਕਰਕੇ ਸੰਪਰਕ ਪੈਦਾ ਕਰ ਸਕਦੇ ਹੋ। ਔਰ ਮੀਡੀਆ ਵੇਸ ਦੇ ਪਲੇਟਫਾਰਮ ਤੋਂ ਪ੍ਰੋਗਰਾਮ ਦੇ ਵਿੱਚ ਅੱਜ ਜਿਸ ਤਰ੍ਹਾਂ ਖੁਲਾਸਾ ਤੁਹਾਡੇ ਨਾਲ ਸਾਂਝਾ ਕੀਤਾ ਕਿ ਪਿਕਸ ਦੀ AGM ਜਿਹੜੀ ਹੈ ਉਹ 10 ਸਤੰਬਰ ਨੂੰ ਹੁਣੇ ਨਿਰਧਾਰਤ ਹੋਈ ਹੈ ਔਰ ਉਹ ਵੀ ਪਿਕਸ ਦੇ ਸੀਨੀਅਰ ਜਿਹੜੀ ਫੈਸਿਲਿਟੀ ਹੈ ਉਸ ਦੇ ਵਿੱਚ ਪ੍ਰੋਗਰੈਸਿਵ ਇੰਟਰਕਲਚਰ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਹੈ ਜਿਹੜੀ ਸਾਡੀ ਪਿਕਸ ਜਿਹਨੂੰ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਆ, ਉੱਥੇ ਦੀ AGM ਜਿਹੜੀ ਹੈ ਉਹ 120-75 A ਐਵਨਿਊ ਦੇ ਉੱਤੇ ਸਥਿਤ ਹੈ। ਅਸਿਸਟੈਂਟ ਲਿਵਿੰਗ ਫੈਸਿਲਿਟੀ। ਰਜਿਸਟ੍ਰੇਸ਼ਨ 1:30 ਵਜੇ ਹੈ, 2 ਤੋਂ ਲੈ ਕੇ 3:30 ਵਜੇ ਦੇ ਦੌਰਾਨ AGM ਹੈ। ਇਸ ਦੇ ਵਿੱਚ ਬੋਰਡ ਦੀ ਚੋਣ ਕੀਤੀ ਜਾਏਗੀ। ਬੋਰਡ ਜਿਹੜੇ ਡਾਇਰੈਕਟਰਸ ਨੇ, ਬੋਰਡ ਦਾ ਮੁਖੀ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਫਿਰ ਹੋਰ ਵੀ ਮੇਜਰ ਜਿਹੜੇ ਵੱਡੀ ਸੁਸਾਇਟੀ ਹੈ ਉਹ ਸਾਰੇ ਚੁਣੇ ਜਾਂਦੇ ਆ। ਸੋ ਵੱਡੇ ਜਿਹੜੇ ਫੈਸਲੇ ਨੇ ਉਹ ਵੀ ਡਿਸਕਸ ਕੀਤੇ ਜਾਂਦੇ ਆ ਔਰ ਇਹਦੇ ਵਿੱਚ ਸਵਾਲ ਉਠਾਏ ਜਾਂਦੇ ਆ। ਬੋਰਡ ਮੈਂਬਰਾਂ ਦੀਆਂ ਕਤਾਈਆਂ ਜਿਹੜੀਆਂ ਨੇ ਉਹਨਾਂ ਬਾਰੇ ਸਵਾਲ ਪੁੱਛੇ ਜਾਂਦੇ ਨੇ, ਜਿਹੜੇ ਕੰਸਰਨ ਨੇ ਉਹ ਪੁੱਛੇ ਜਾਂਦੇ ਨੇ। ਨਵੇਂ ਬੋਰਡ ਮੈਂਬਰ ਨੇ ਜਿਹੜੇ ਜਾਂ ਕਿਸੇ ਨੂੰ ਰੁਖਸਤ ਕਰਨਾ ਉਹਦੀ ਥਾਂ ਤੇ ਕਿਹੜਾ ਬੋਰਡ ਮੈਂਬਰ, ਉਹਦੇ ਵੱਡੇ ਵੱਡੇ ਫੈਸਲੇ ਹੁੰਦੇ ਆ। ਹੁਣ ਤੱਕ ਤਾਂ AGM ਆ ਨਾ ਜਿਹੜੀ ਉਹ ਲੁਕੋ ਕੇ ਕੀਤੀ ਜਾਂਦੀ ਰਹੀ, ਕਹਿੰਦੇ ਬੱਕਰਾ ਪਾर्टी ਦੇ ਉੱਤੇ AGM ਹੋ ਜਾਂਦੀ ਸੀ। मैं तो हैरान हो गई। जितने बकरे पार्टी वाले लोग हैं वही AGM में मौजूद होते थे, या फिर जो चाचा भतीजा जो डोनेशंस वाली गल आती है वो भतीजे के फादर भी वहाँ मौजूद हो जाते हैं। सो ये क्या पिक्स चीमा के फैमिली के बिजनेस है? What I know, it's a non-profit organization. और non-profit organization में हर कुछ ट्रांसपेरेंसी के साथ, अकाउंटेबिलिटी के साथ होना चाहिए और रिश्तेदारी काम नहीं कर सकते। चीमा के और कौन कौन से रिश्तेदार पिक्स के अंदर काम कर रहे हैं ये भी पता करना है, ये भी फाइंड आउट करो कि और कौन है। भतीजा के अलावा क्या कोई और है, कोई आपके घर में रहते हैं वो भी है। Who all are working at पिक्स? ये क्या संस्था चीमा को दहेज में मिल गई है कि जी आप देखो ये आप जो मर्जी करना चाहो पिक्स में आप कर सकते हो? क्या हमारे जर्नलिस्ट, हमारे रिपोर्टर्स, हमारे मीडिया खामोश बैठ गए, सवाल ही नहीं कर सकते? जहां पर जिस कम्युनिटी में मीडिया चुप हो जाए ना, मीडिया खामोश हो जाए, वो कम्युनिटी में ऐसे ही बातें सुनने को मिलती है। तो इसीलिए मीडिया को जागना ज़रूरी है, मीडिया को क्वेश्चन करना इन ऑर्गेनाइजेशन से बहुत ज़रूरी है। जहां मीडिया मेलेटोनिन लेकर सो जाते हैं ना, वहां ये सब कुछ सुनने को मिलता है। मीडिया में रेडियोथॉन किया गया, उस रेडियोथॉन से डोनेशन कलेक्ट किए गए और वो डोनेशन एक सीनियर की, और तो वैसे पता नहीं कितने होंगे, लेकिन एक सीनियर की डोनेशन $1000 का पिक्स के हेड ऑफ अकाउंटिंग डिपार्टमेंट हु हैपेंस टू बी सतबीर चीमज भतीजा, उसके अकाउंट में कैसे चला गया, पर्सनल अकाउंट में। जब इस सीनियर को बिल आता है तो वो बोलते हैं मैं तो किसी कमल कुम्मन को जानती ही नहीं हूं, ये कमल कुम्मन ने मेरे वीजा से $1000 क्यों उठा लिया। पता किया गया तो हेड ऑफ फाइनेंस पिक्स का कमल कुम्मन है, और कमल कुम्मन हैपेंस टू बी सतबीर चीमज बुआ जी इस बेटा यानी भतीजा। सो ये सारी जो स्कैंडल्स पिक्स के अंदर हो रही है, इसके बारे में सवाल उठाना AGM में बहुत ज़रूरी है। यू हैव टू आस्क दोस क्वेश्चंस, आस्क हिम कि ऐसा क्यों हुआ, क्या एक सीनियर के पैसे ऐसे उठा लिया जाता है? अगर किसी के माँ के वो पैसे होते, वुड दे डू द सेम थिंग विद दैट? और वो बेचारी फोन कर करके थक गई कि मैं कमल कुम्मन को नहीं पैसे देना, मेरे पैसे वापस करो, लेकिन उसकी बात किसी ने नहीं सुना, किसी ने नहीं सुना। और पिक्स के अंदर ये सारा कुछ हो रहा है। बोर्ड ऑफ डायरेक्टर्स में सस्पेंडेड दागी रियल्टर्स बैठे हुए हैं। पिक्स के अंदर कोई क्या रियल एस्टेट ट्रांजैक्शंस होते हैं जिसके वजह से दागी रियल्टर की ज़रूरत पड़ गई बोर्ड में बैठाने के लिए? पिक्स के CEO से सवाल किया जाए
कि दागी रियल्टर्स बोर्ड में बैठे हैं, आपको पता ही नहीं चला, आपको मालूम ही नहीं है इस बात की। जब आप लोग बोर्ड ऑफ मेंबर्स चुनते हो नॉन प्रॉफिट ऑर्गेनाइजेशन की, क्या उनके रेज्यूमे देखते हो, उनके बारे में छानबीन करते हो कि बंदे है कौन? पिक्स के अंदर बोर्ड ऑफ डायरेक्टर में एक शराबी अल्कोहल के वजह से फायर किया हुआ पिक्स के एम्प्लॉय को लाकर बैठा दिया गया। डिडंट यू नो अबाउट दैट? आपको नहीं पता था इस बारे में? ये काम क्यों हो रहे हैं? ये सारे गैर कानूनी काम क्यों पिक्स के अंदर हो रहे? यही सवाल कम्युनिटी को जाकर सितंबर 10 तारीख को पिक्स के असिस्टेड लिविंग सेंटर में पूछना चाहिए। लाइफ टाइम पिक्स के मेंबर्स को, कई मेंबर्स को अभी तक ईमेल नहीं पहुंची है और 10 तारीख को एजीएम है। पिछले साल भी ऐसा ही किया था पिक्स ने, चुपके ये एजीएम करा लिया गया। क्या ऐसा ही कुछ इरादा इस बार भी है? इसीलिए हमारे कम्युनिटी के, हमारे बड़े बुजुर्ग को और हमारे यूथ को पिक्स से जाकर सवाल करना बहुत जरूरी है। और मैं आज वो पॉलिटिशियंस से भी रिक्वेस्ट करूंगी जो इंसाफ के लिए लड़ते हैं। वो पॉलिटिशियंस नहीं जो गद्दारी करते हैं कौम से, जो जा के पिक्स के गद्दारियों में शामिल होते हैं, वो नहीं। वो पॉलिटिशियंस जो ईमानदारी से काम करना चाहते हैं, जिनको सीट्स कभी नहीं मिलती, लेकिन वो कौम के लिए ट्रू पॉलिटिशियंस है। उनसे भी गुजारिश करूंगी कि पिक्स के एजीएम में जाकर पूछो सतबीर चीमा से कि व्हाट्स हैपनिंग इन पिक्स, और ऐसे कितने और गद्दारी काम हो रहे पिक्स के अंदर जो खुल के सामने पब्लिक को पता होना चाहिए। आज सतबीर चीमा लोगों को बता रहे, ओ मीडिया वेव्स को तो हमने सू कर दिया है, देखना आगे क्या होगा। फॉर योर काइंड इंफॉर्मेशन, मीडिया वेव्स कोई गलत काम नहीं कर रहे। ये नॉन प्रॉफिट ऑर्गेनाइजेशन है। नॉन प्रॉफिट ऑर्गेनाइजेशन इज आंसरेबल ऑफ एनी क्वेश्चन एनीबडी, नॉट ओनली मीडिया, any taxpayer PICS has to answer that question. हमें ये धमकी ना दिया करो कि ओ मीडिया वेव्स को हम सू कर दिए हैं, हम ये कर देंगे। ऐसे बथेरे मीडिया वेव्स के सू करने वाले चिट्ठियां आती है, लेकिन कानून अंधा नहीं है। कानून इंसाफ करेगा और कानून पूछेगा आपसे कि ये मीडिया का सवाल है, इसको जवाब दो। आपका नॉन प्रॉफिट ऑर्गेनाइजेशन, आपका प्राइवेट बिजनेस तो है नहीं कि आपसे सवाल का जवाब ना लिया जाए। नॉन प्रॉफिट ऑर्गेनाइजेशन है, आपका हर एक सवाल का जवाब, सिर्फ मीडिया नहीं लेकिन हर एक पब्लिक के सवाल का जवाब नॉन प्रॉफिट ऑर्गेनाइजेशन को देना पड़ेगा। यह कानून है यहां की। सो सतबीर चीमा, आंसर अस, डोंट सेंड पुलिस टू आवर होम, क्योंकि आपसे सवाल पूछा गया। हम लोगों ने सतबीर चीमा से बात तक नहीं की, सिर्फ फोन कर रहे थे पूछने के लिए कि ये स्टोरी हमारे सामने आई है, आप बताएं इसके आपका क्या साइड ऑफ द स्टोरी है। तो इसने हमारे घर पे आरसीएमपी भेज दिया। इतना किस बात की डर थी सतबीर चीमा के आरसीएमपी को कॉल कर देना पड़ा? और आरसीएमपी वैसे कहीं बुलाओ इनको घंटा लग जाता पहुंचने के लिए। सतबीर चीमा ने रिपोर्ट किया, फौरन आ गए जी हमारे घर, फौरन आ गए। इनको और कोई काम नहीं नजर आया और इन्होंने पूछा तक नहीं इन्होंने आरसीएमपी ने पूछा तक नहीं सतबीर चीमा से कि ये हो क्या रहा है। जब मैंने आरसीएमपी ऑफिसर से पूछा कि दैट्स अ नॉन प्रॉफिट ऑर्गेनाइजेशन and we have found out about some scams about PICS and we were calling Satbir Chima, we did not even talk to him. Are you trying to stop me from doing my work? The RCMP officer ने कहा, I'm sorry, I'm not trying to stop your work. I had no clue that what was going on in PICS. I asked him if that was your mother's $1,000 और वो डोनेशन इनके हेड ऑफ फाइनेंस के पर्सनल अकाउंट में जाता है, तो व्हाट वुड यू डू? ही सेड, आई ट्रूली अंडरस्टैंड एज अ मीडिया यू आर डूइंग योर वर्क। ही कॉल्ड अस, ही रिपोर्टेड अबाउट यू, दैट्स व्हाई वी केम टू योर हाउस। अब सतबीर चीमा को कुछ छुपाना नहीं था, तो वो हमसे बात करते बताते कि यह हमारी स्टोरी है।
But no, he did not wanted to talk to us. He sent a police to our home. और कितने लोगों के घर पर पुलिस भेजोगे सतवीर चीमा, जब कौम, हर एक कौम के लोग आपसे सवाल पूछेगी? कितने लोगों के घरों में पुलिस भेजोगे? अगर आपको नहीं पता है कि बोर्ड ऑफ मेंबर्स कौन कौन है, कहां कहां इन लोगों ने क्या क्या गुल खुलाई है, तो फाइंड इट आउट बिफोर द एजीएम। एक और स्कैंडल दीदी बहुत ही जल्द हमारे सिटी के लोगों ने मुझे तक आकर पहुंचाए हैं, जो मैं बहुत जल्द पूरे डिटेल्स के साथ उस जिसके साथ ये बीती है उसे एयर पे लाकर अपने लोगों को बताऊंगी। और इट हैपेंस कि ये भी बोर्ड ऑफ डायरेक्टर है पिक्स का। क्या बात है। सो पिक्स जो है अपने बोर्ड ऑफ डायरेक्टर्स को चुनने में नाकामयाब रहे। यू ऑल हैव टू वॉइस इट आउट। सितंबर 10 पिक्स असिस्टेड लिविंग सेंटर, हम हर रोजाना आपको याद दिलाते रहेंगे। ਨਾਲੇ ਆਸ਼ਾ ਨਾ ਜਦੋਂ ਗੱਲ ਆਉਂਦੀ ਹੈ ਨਾ, ਤੁਸੀਂ ਜਿਹੜੀ ਗੱਲ ਕੀਤੀ ਹੈ ਆਪਣੀ ਪਿਕਸ ਵਾਲੀ, ਇਹਦੇ ਵਿੱਚ ਬੋਰਡ ਡਾਇਰੈਕਟਰਸ ਨੇ ਜਿਹੜੇ, ਉਹਨਾਂ ਦੀਆਂ ਕਾਰਗੁਜ਼ਾਰੀਆਂ ਜਿਸ ਤਰੀਕੇ ਨਾਲ ਸਾਹਮਣੇ ਆ ਰਹੀਆਂ ਨੇ, ਹਾਂਜੀ, ਕਹਿੰਦੇ ਨੇ ਅਸੀਂ ਉਹ ਭਾਈਚਾਰਾ ਜਿਹਦੇ ਵਿੱਚ ਤੁਹਾਡੇ ਨਾਨਕੇ ਤੇ ਦਾਦਕਿਆਂ ਦੀ ਵੀ ਪੁੱਛ ਪੜਤਾਲਾਂ ਨੇ, ਜਿਹੜੀ ਹਰ ਚੌਥੇ ਬੰਦੇ ਨੂੰ ਪਤਾ ਹੋਊਗੀ। ਇੱਦੀ ਪਿੱਦੀ ਸਾਰਿਆਂ ਦੀ ਸਾਂਝੀ ਹੁੰਦੀ ਹੈ। ਆਪਣੇ ਘਰ ਦਾ ਪਤਾ ਨਾ ਹੋਵੇ, ਦੂਜੇ ਦੇ ਘਰ ਦਾ ਚੰਗੀ ਤਰ੍ਹਾਂ ਪਤਾ ਹੋਏਗਾ। ਇਹ ਸਾਂਝੀ ਪੱਤੀ ਦੇ ਪਿੱਛੇ ਮਨਸ਼ਾਵਾਂ ਕੀ ਨੇ? ਵਾਟ ਇਜ਼ ਇਟ? ਨੰਬਰ 1। ਨੰਬਰ 2, ਸਵਾਲ ਨਾਲ ਇਹ ਵੀ ਉੱਠਦਾ ਕਿ ਖੈਰਾਤੀ ਸੰਸਥਾ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਉੱਤੇ ਸੋ ਕਾਲਡ ਸਵਾਲ ਉਠਾਏ ਜਾ ਸਕਦੇ ਆ, ਸਿਰਫ ਉਹੀ ਨੇ? ਇਹੋ ਜਿਹੀਆਂ ਕਿਹੜੀਆਂ ਕਾਰਗੁਜ਼ਾਰੀਆਂ ਹੋ ਰਹੀਆਂ ਸਨ ਜਿਹਦੇ ਵਿੱਚ ਉਹ ਲੋਕ ਜਿਹੜੇ ਖੁਦ ਕਿਸੇ ਨਾ ਕਿਸੇ ਵੀ ਕਾਰਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਫੈਸਲਿਆਂ ਦੇ ਵਿੱਚ ਕੰਪਰੋਮਾਈਜ਼ ਹੋਏ ਹੈ, ਉਹਨਾਂ ਨੂੰ ਇਹ ਉੱਥੇ ਇਕੱਤਰਤ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਮੈਨੀਪੂਲੇਟ ਕਰਨਾ ਆਸਾਨ ਰਹੇ। ਉਹਨਾਂ ਨੂੰ ਪਹਿਲਾਂ ਬੋਰਡ ਆਫ ਡਾਇਰੈਕਟਰ ਦਾ ਲਾਲਚ ਦਿੱਤਾ ਜਾਏ, ਫਿਰ ਉਹਨਾਂ ਨੂੰ ਮੈਨੀਪੂਲੇਟ ਕਰਕੇ ਆਪਣੀ ਮਰਜ਼ੀ ਦੀ ਜਿਹੜੀ ਉਹਨਾਂ ਤੋਂ ਹਾਂ ਪਵਾਈ ਜਾਵੇ। ਇਹ ਮੈਂਟਲ ਮੈਨੀਪੂਲੇਸ਼ਨ ਦੇ ਹੇਠਾਂ ਆਉਂਦਾ ਔਰ ਵੱਡੀ ਪੱਧਰ ਦੇ ਉੱਤੇ ਕੁਐਸਚਨੇਬਲ ਹੈ। ਇਹੋ ਜਿਹੇ ਲੋਕ ਜਿਹੜੇ ਆਪਸ ਵਿੱਚ ਹੀ ਮੈਨੀਪੂਲੇਸ਼ਨ ਕਰਦੇ ਆ, ਔਰ ਸਮਾਜ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਆ, ਉਹਨਾਂ ਦੀ ਮੈਨੀਪੂਲੇਸ਼ਨ ਨਹੀਂ ਕਰਨਗੇ। ਚੋਰੀ ਲੱਖ ਦੀ ਵੀ, ਚੋਰੀ ਕੱਖ ਦੀ ਵੀ। ਨਿਆਮਤ ਦੇ ਵਿੱਚ ਖਨਾਮਤ ਕਰਨ ਵਾਲੀ ਜਿਹੜੀ ਮਨਸ਼ਾ ਹੈ, ਉਹਨਾਂ ਦਾ ਖੈਰਾਤੀ ਸੰਸਥਾਵਾਂ ਵਾਲੇ ਖੇਤਰ ਦੇ ਵਿੱਚ ਬਿਲਕੁਲ ਦੂਰ ਨੇੜੇ ਦਾ ਵੀ ਸੰਬੰਧ ਨਹੀਂ ਹੋਣਾ ਚਾਹੀਦਾ। ਅਦਰਵਾਈਜ਼ ਤੁਹਾਡੀਆਂ ਜਿਹੜੀਆਂ ਸੰਵੇਦਨਾਸ਼ੀਲ ਭਾਵਨਾਵਾਂ ਨੇ, ਉਹਨਾਂ ਨੂੰ ਤੁਹਾਡੇ ਖਿਲਾਫ ਵਰਤਣ ਦੀ ਇਹਨਾਂ ਦੀ ਕਾਰਗੁਜ਼ਾਰੀ ਇੰਨੀ ਜ਼ਿਆਦਾ ਲਾਮਬੱਧ ਹੋ ਜਾਂਦੇ ਨੇ, ਨਸੰਗ ਹੋ ਕੇ, ਬਿਨਾਂ ਕਿਸੇ ਗਿਲਟ ਦੇ, ਕਿ ਤੁਹਾਡੀ ਚੰਗੀ ਆਦਤ ਨੂੰ ਤੁਹਾਡੇ ਖਿਲਾਫ ਵਰਤ ਜਾਂਦੇ ਆ। ਔਰ ਇਹ ਸਭ ਤੋਂ ਜ਼ਿਆਦਾ ਮੰਦਭਾਗਾ ਵਕਤ ਹੁੰਦਾ ਹੈ ਜਦੋਂ ਕਿਸੇ ਵੀ ਮਾਸ਼ਰੇ ਦੇ ਇਹੋ ਜਿਹੇ ਲੋਕ ਇਹੋ ਜਿਹੀਆਂ ਥਾਵਾਂ ਦੇ ਉੱਤੇ ਮੂਹਰੀ ਹੋ ਕੇ ਬੈਠ ਜਾਣ। ਉਹ ਸਿਰਫ ਆਪਣੇ ਨਿੱਜੀ ਮਨੋਰਥ ਦੇ ਲਈ ਬਾਕੀ ਸਾਰਾ ਕੁਝ ਢਹਿ ਢੇਰੀ ਕਰ ਦਿੰਦੇ ਨੇ। ਯਾਦ ਰਹੇ ਖੈਰਾਤੀ ਸਾਹਿਬ ਨਾ, ਸਾਡੇ ਭਾਈਚਾਰੇ ਦੇ ਵਿੱਚ ਇਹ ਗੱਲ ਰਹੀ, ਉਹ ਸਾਡੇ ਤਾਂ ਸਰਪੰਚ ਹੀ ਜੱਦੀ ਪੁਸ਼ਤੀ ਹੈ। ਪਬਲਿਕ ਸਰਵਿਸ ਕਦੇ ਵੀ ਜੱਦੀ ਪੁਸ਼ਤੀ ਨਹੀਂ ਹੁੰਦੀ, ਕਦੇ ਵੀ ਜੱਦੀ ਪੁਸ਼ਤੀ ਨਹੀਂ ਹੁੰਦੀ। ਪਬਲਿਕ ਸਰਵਿਸ ਹੈ। ਚਾਹੇ ਤੁਸੀਂ ਖੈਰਾਤੀ ਸੰਸਥਾਵਾਂ ਦੀ ਲੈ ਲਓ, ਚਾਹੇ ਤੁਸੀਂ ਧਾਰਮਿਕ ਸਥਾਨਾਂ ਦੀ ਲੈ ਲਓ, ਤੇ ਚਾਹੇ ਤੁਸੀਂ ਪੋਲੀਟੀਕਲ ਜਿਹੜਾ ਪਲੇਟਫਾਰਮ ਆ ਉਸ ਦੀ ਲੈ ਲਓ। ਅਗਰ ਤੁਹਾਡੇ ਵਿੱਚੋਂ ਜਿਹੜੀ ਮਨਸ਼ਾ, ਤੁਹਾਡੀ ਨੀਅਤ ਸਾਫ਼ ਨਹੀਂ ਹੈ, ਤਾਂ ਇਸ ਤਿੰਨੇ ਪਲੇਟਫਾਰਮ ਦਾ ਤੁਸੀਂ ਰੱਜ ਕੇ ਸ਼ੋਸ਼ਣ ਕਰਕੇ ਇਹਨੂੰ ਵੀ ਤਬਾਹ ਕਰੋਗੇ। ਸਮਾਜਿਕ ਜਿਹੜੀ ਧਾਰਨਾ ਉਸ ਨੂੰ ਖਤਮ ਕਰਦਾ ਇਹੋ ਜਿਹਾ ਵਿਅਕਤੀ। ਆਪਣੇ ਆਪ ਤਾਂ ਬੇਸ਼ਰਮ ਹੁੰਦੇ, ਇਹਨਾਂ ਦਾ ਤਾਂ ਕੀ ਜਾਣਾ ਹੈ। ਇਹ ਕਿੰਨੀਆਂ ਗੱਲਾਂ ਨੇ ਜਿਨ੍ਹਾਂ ਦੇ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਔਰ ਤੁਹਾਡੇ ਨਾਲ ਲਗਾਤਾਰ ਜਦੋਂ ਤੋਂ ਸਾਨੂੰ ਪਤਾ ਲੱਗਿਆ ਇਹਨਾਂ ਕੰਮਾਂ ਦਾ, ਅਸੀਂ ਉਦੋਂ ਤੋਂ ਨਿਸੰਗ ਹੋ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਨਿਸੰਗ ਹੋ ਕੇ। ਇਹ ਨਹੀਂ ਹੈ ਕੋਈ ਵਿਹਾਰ ਵਿਅਕਤੀ ਸਵੇਰ ਤੋਂ ਸ਼ਾਮ ਤੱਕ ਕੋਸ਼ਿਸ਼ ਇਹਦੀ ਇਹੀ ਹੁੰਦੀ ਹੈ ਵੀ ਦੂਰੋਂ ਸੋਹਣਾ ਲੱਗੇ, ਚੰਗਾ ਲੱਗੇ, ਲੋਕ ਉਹਦੀ ਪ੍ਰਸ਼ੰਸਾ ਕਰਨ, ਕੋਈ ਉਹਨਾਂ ਨੂੰ ਬੁਰਾ ਨਾ ਸਮਝੇ। ਇਹ ਕੋਈ ਕੰਮ ਆਸਾਨ ਨਹੀਂ ਹੁੰਦਾ, ਖਾਸ ਕਰਕੇ ਸਾਡੇ ਮਾਸ਼ਰੇ ਦੇ ਵਿੱਚ ਮਾੜੇ ਨੂੰ ਮਾੜਾ ਕਹਿਣਾ ਔਰ ਸਾਹਮਣੇ ਕਹਿਣਾ, ਤੇਰੇ ਐਸ ਕੰਮ ਕਰਕੇ ਤੇਰਾ ਆਹ ਕੰਮ ਮਾੜਾ ਹੈ,
ਜ਼ਰੂਰੀ ਨਹੀਂ ਉਹ 'ਚ ਸਾਰਾ ਕੁਝ ਮਾੜਾ ਹੋਵੇ, ਪਰ ਜਿਹੜਾ ਕੰਮ ਜਿੱਥੇ ਸਮਾਜਿਕ ਪੱਧਰ ਤੇ ਆਉਂਦਾ, ਸੁਸਾਇਟੀ ਦੇ ਪੱਧਰ ਤੇ ਆਉਂਦਾ ਔਰ ਉਹ ਕੰਮ ਗਲਤ ਹੈ, ਉਹਨੂੰ ਬਿਲਕੁਲ ਨਕਾਰਨਾ ਸਾਡਾ ਫਰਜ਼ ਬਣਦਾ ਹੈ। ਅਦਰਵਾਈਜ਼ ਉਸ ਵਿਅਕਤੀ ਦਾ ਇਹ ਭੁਲੇਖਾ ਕਿ ਉਹ ਤਾਂ ਠੀਕ ਹੈ, ਉਹ ਹੋਰ ਤੋਂ ਹੋਰ ਜ਼ਿਆਦਾ ਗਲਤ ਹੈ ਜਿਹੜੀ ਕਾਰਗੁਜ਼ਾਰੀ ਕਰਦਾ ਜਾਂਦਾ, ਜਿਹਦੇ ਨਾਲ ਪੂਰੇ ਦਾ ਪੂਰਾ ਜਿਹੜਾ ਸਮਾਜ ਹੈ ਉਹ ਨਿਗਾਰ ਵਾਲੇ ਪਾਸੇ ਨੂੰ ਜਾਂਦਾ। ਦੇਖ ਲਓ ਪੋਲੀਟੀਕਲ ਪਾਸੇ ਕੀ ਹੋਇਆ, ਟੈਲੀਫੋਨ ਬੁੱਕ ਤੋਂ ਬਣਾ ਕੇ ਬਣਾਈਆਂ ਹੋਈਆਂ ਵੋਟਾਂ ਜਿਹੜੀਆਂ ਨੇ, ਫਿਰ ਬਾਅਦ ਦੇ ਵਿੱਚ ਪਾਰਟੀਆਂ ਦੇ ਮੁਖੀ ਚੁਣ ਲੈਣਾ, ਉਹ ਕਾਰਗੁਜ਼ਾਰੀ ਐਥੀਕਲੀ ਗਲਤ ਹੈ, ਪਰ ਉਸ ਨੂੰ ਆਪਣੀ ਕੁਆਲਿਟੀ ਜਾਂ कैसा ਕੁਆਲੀਫਿਕੇਸ਼ਨ ਬਣਾ ਲਿਆ। We'll take a quick commercial break. We'll be right back. ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਹੀ ਥਾਂ ਤੇ ਜਾਣਾ, ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ, ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ, ਜਾਓ 18 ਲੋਕੇਸ਼ਨਸ ਦੇ ਵਿੱਚ ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ। ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ, ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ-ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ, ਡੈਲਟਾ 6045990211, 128 ਸਟਰੀਟ ਐਂਡ 96 ਐਵਨਿਊ, 6045811900, 1539 ਜੌਨਸਨ ਰੋਡ, ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। शुक्र है डायरेक्ट फर्नीचर नवी था ते खुल गया। हाँ तो पूरे घर दा फर्नीचर में डायरेक्ट फर्नीचर तो लेके आओनी आ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ, ਤੁਸੀਂ ਵੀ ਹੋ ਜਾਓ ਚਿੰਤਾ ਮੁਕਤ, ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 604-572-5553। डायरेक्ट फर्नीचर। रोजाना खबरों विच असॉल्ट, सैक्शुअल असॉल्ट, थेफ्ट, ड्राइविंग ऑफेंसेस ते होर बड़े क्रिमिनल एक्टिविटीज बारे सुनदे हां। कई बारी गऊमार हो जाती है, चालबाज लोग साऊ बंदे नूं फसा दिंदे ने ते नाले क्रिमिनल चार्जेस लगवा दिंदे ने। अगर तुसी भी क्रिमिनल चार्जेस का सामना कर रहे हो तो नौजवान वकील जो 4 प्रोविंस BC, अल्बर्टा, मैनीटोबा, ओंटारियो विच गुंझलदार केसेस जित्ते हन, क्रिमिनल लॉयर गगन नाहल। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604-527 4769 6625-152 A Street, Surrey। For all criminal charges, call Gagan Nahal 604-527-4769. ਹੈਲੋ, ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC ਅਕ੍ਰੈਡਿਟਡ ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 6045030988। ਬਲੈਕ ਐਂਡ ਵਾਈਟ ਆਟੋ ਬੋਡੀ। कल सारे बड़े खुश सी। होना क्यों नहीं खुश, पेट जो उनके खुश थे बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब कढ़ाई। बस हुण नहीं रहा जांदा। बार्नीज कढ़ाई वाला है किथे? अपने सरी पिंड ते 8140 स्ट्रीट, second location 12889 84th Avenue, Surrey. Phone number 7785654416। चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीज कढ़ाई वाला कभी नहीं भूलोगे। आप खुश, बानीज कढ़ाई वाला खुश। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ, ਪ੍ਰਾਈਵੇਟ ਮੌਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮੌਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ। ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345 ਯੂਨਿਟ ਨੰਬਰ 204-2589 Cedar Park Place, Abbotsford। Anchor Mortgage Canada।
ਮੀਡੀਆ ਵੇਸ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਪਿਕਸ ਸੁਸਾਇਟੀ ਦੀ AGM ਜਿਹੜੀ 10 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਫੈਸਿਲਿਟੀ ਹੈ ਜਿਹੜੀ ਪਿਕਸ ਦੀ, ਉਹ ਅਸਿਸਟੈਂਟ ਲਿਵਿੰਗ ਫੈਸਿਲਿਟੀ ਹੈ 12075 A ਐਵਨਿਊ ਦੇ ਉੱਤੇ। ਰਜਿਸਟਰਡ 1:30 ਵਜੇ ਸ਼ੁਰੂ ਹੋਣੀ ਹੈ ਔਰ AGM 2 ਵਜੇ ਸ਼ੁਰੂ ਹੋਣੀ ਹੈ, 3:30 ਵਜੇ ਤੱਕ ਚੱਲੇਗੀ। ਸਮਾਂ ਜਿਹੜਾ ਉਹ ਸ਼ਾਰਪ ਦੱਸਿਆ ਗਿਆ ਕਿ ਇਸੇ ਟਾਈਮ ਦੇ ਉੱਤੇ ਜਿਹੜਾ ਸਮੇਂ ਦੀ ਪਾਬੰਦਗੀ ਜ਼ਰੂਰੀ ਰਹੇਗੀ। ਔਰ ਇਹਦੇ ਬਾਰੇ ਜਿੱਥੇ ਕਿ ਪਿਛਲੀ AGM ਦੇ ਵਿੱਚ ਤਾਂ ਬਿਲਕੁਲ ਹੀ ਕਿਸੇ ਨੂੰ ਦੱਸਿਆ ਹੀ ਨਹੀਂ ਸੀ ਗਿਆ ਸੀ, ਸਿਰਫ ਮੈਂ ਤੇ ਮੇਰਾ ਮੁਨਸ ਦੇ ਧੀਏ ਦਾ ਮੂੰਹ ਝੁਲਸ, ਉਸ ਤਰ੍ਹਾਂ ਦੀ ਮਨਸ਼ਾ ਦੇ ਅੰਤਰਗਤ ਚਲਾਕੀਆਂ ਕਰਕੇ ਜਿਹੜਾ ਬੋਰਡ ਦੀ AGM ਕਰਕੇ ਆਪਣੇ ਆਪ ਫੈਸਲੇ ਕਰ ਲਏ ਗਏ, ਜਿਹਦਾ ਕਿ ਡਿਸਾਈਡ ਹੈ ਜਿਹੜਾ ਇੱਕ ਦਿਨ ਪਹਿਲਾਂ ਬੱਕਰਾ ਪਾਰਟੀ ਕਰਕੇ ਕਰ ਲਿਆ ਗਿਆ ਸੀ। ਔਰ ਜਦੋਂ ਮੀਡੀਆ ਵੇਸ ਦੇ ਪਲੇਟਫਾਰਮ ਤੋਂ ਇਸ ਦਾ ਸਵਾਲ ਉਠਾਇਆ ਗਿਆ ਤਾਂ ਹੁਣ ਜਾਣਕਾਰੀਆਂ ਮਿਲੀਆਂ ਨੇ ਕਿ ਕੁਝ ਕੁ ਮੈਂਬਰ ਨੇ ਜਿਹੜੇ ਕਿ ਜਿਹੜੇ ਇਹਨੂੰ ਮੈਨੂਪੂਲੇਟ ਨਹੀਂ ਹੋ ਸਕਦੇ, ਉਹਨਾਂ ਨੂੰ ਈਮੇਲਸ ਭੇਜੀਆਂ ਨੇ। ਲਾਈਫ ਟਾਈਮ ਮੈਂਬਰਸ ਨੇ ਜਿਹੜੇ, ਉਹਨਾਂ ਨੂੰ ਈਮੇਲ ਭੇਜੀਆਂ ਗਈਆਂ ਨੇ, ਕਿਉਂਕਿ ਪਿਛਲੀ ਵਾਰੀ ਮੈਂ ਈਮੇਲ ਨਾ ਭੇਜਣ ਦੇ ਸੁਨੇਹਾ AGM ਬਾਰੇ ਸੂਚਨਾ ਦੇਣ ਦੇ ਉੱਤੇ ਉਹਨਾਂ ਵੱਲੋਂ ਵੀ ਸਵਾਲ ਉਠਾਏ ਗਏ ਸਨ। ਪਰ ਅਜੇ ਵੀ ਬਹੁਤ ਸਾਰੇ ਮੈਂਬਰ ਨੇ ਜਿਨ੍ਹਾਂ ਕਿ ਪਿਛਲੇ ਮਹੀਨੇ ਦੀ ਅਗਸਤ ਮਹੀਨੇ ਦੀ ਮੱਧ ਦੇ ਵਿੱਚ ਭੇਜੇ ਹੋਏ ਇਨਵੀਟੇਸ਼ਨਸ ਨੇ, ਜਿਹੜੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਦੱਸਿਆ ਕਿ ਸਾਡੇ ਪਾਸ ਨਹੀਂ ਆਏ, ਅਸੀਂ ਪਿਕਸ ਦੇ ਮੈਂਬਰਸ ਹਾਂ, AGM ਦੇ ਵਿੱਚ ਸਾਨੂੰ ਬੁਲਾਇਆ ਜਾਣਾ ਚਾਹੀਦਾ, ਪਰ ਸਾਡੇ ਪਾਸ ਇਨਵੀਟੇਸ਼ਨ ਨਹੀਂ ਆਏ। ਹੁਣ ਇਹ ਗੱਲ ਵੱਖਰੀ ਹੈ, ਨੋਇੰਗ ਸਤਵੀਰ ਚੀਮਾ ਤੇ ਇਹਨਾਂ ਦੀ ਪਾਰਟੀ ਦੀ ਪੂਰੀ ਕੋਣ ਕੇ ਜੰਕ ਮੇਲ ਚਲੇ ਗਏ ਹੋਣੇ ਆ। ਸੋ ਬੀ ਅਵੇਅਰ, 10 ਸਤੰਬਰ ਨੂੰ ਭਾਵੇਂ ਉਸ ਦਿਨ ਰੈਫਰੈਂਡਮ ਆ, ਰੈਫਰੈਂਡਮ ਦੇ ਬਾਰੇ ਸਾਰਿਆਂ ਨੂੰ ਪਤਾ ਸੀ ਔਰ ਜਾਣ ਕੇ ਉਸੇ ਤਰੀਕ ਨੂੰ ਵਰਤਿਆ ਗਿਆ ਤਾਂ ਕਿ ਘੱਟ ਤੋਂ ਘੱਟ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਲੱਗੇ ਜਾਂ ਉਹਨਾਂ ਪਾਸ ਬੇਲ ਨਾ ਹੋਵੇ ਜਾਂ ਕਿਸੇ ਵੀ ਕਾਰਨ ਉਹ ਆ ਨਾ ਸਕਣ। ਸੋ 10 ਤਰੀਕ ਨੂੰ ਤੁਸੀਂ ਜ਼ਰੂਰ ਪਹੁੰਚੋ। ਪਿਕਸ ਦਾ ਜਿਹੜਾ ਇਹ AGM ਆ, ਇਸ ਦੇ ਵਿੱਚ ਸਵਾਲ ਉਠਾਓ ਜਿਹੜੇ ਤੁਸੀਂ ਸਾਡੇ ਕੋਲ ਫੋਨ ਕਰਕੇ ਕਹਿੰਦੇ ਹੋ ਵੀ ਆਹ ਪੁੱਛੋ ਜੀ, ਇਹ ਤਾਂ ਐਂ ਕਰਦੇ ਆ, ਆਹ ਫਲਾਣਾ ਡਰਾਈਵਿੰਗ ਸਕੂਲ ਆ ਉਹਦੇ 'ਚ ਐਂ ਕਰਦੇ ਆ, ਇੱਥੇ ਪੱਤੀ ਲੈਂਦੇ ਆ, ਉਹ ਫਲਾਣਾ ਵਿਅਕਤੀ ਆ ਜਿਹੜਾ ਕਿਸ ਪ੍ਰਕਾਰ ਦਾ ਰੱਖਿਆ। ਉਹ ਸਾਰੇ ਸਵਾਲ ਇਹਨਾਂ ਤੋਂ ਜਾ ਕੇ ਪੁੱਛੋ, ਕਿਉਂਕਿ AGM ਦੇ ਉੱਤੇ ਸਵਾਲਾਂ ਦੇ ਜਵਾਬ ਦੇਣੇ। ਉਸੇ ਦਿਨ ਇਹਨਾਂ ਨੇ ਬੋਰਡ ਆਫ ਡਾਇਰੈਕਟਰਸ ਚੁਣਨੇ ਨੇ। ਬੋਰਡ ਆਫ ਡਾਇਰੈਕਟਰਸ ਦੀ ਗੱਲ ਹੁੰਦੀ ਹੈ, ਤੁਹਾਨੂੰ ਦੱਸ ਹੀ ਚੁੱਕੇ ਹਾਂ, ਸੁਖਨਾ ਜਈ ਜੀ ਕੋਕੋ ਹੋਏ ਜੀ, ਕੋਕੋ ਦੇ ਬੱਚੇ ਜਿਨ੍ਹਾਂ 'ਚ ਦਾਗੀ ਰਿਐਲਟਰ ਹੋਵੇ, ਸ਼ਰਾਬੀ ਕਬਾਬੀ ਲੋਕ ਹੋ ਗਏ, ਔਰ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਇਹਨਾਂ ਦੀਆਂ ਮਨਸ਼ਾਵਾਂ ਦੀ ਪੂਰਤੀ ਕਰਨ ਵਾਲੇ ਲੋਕ ਹੋ ਗਏ। ਜ਼ਰੂਰ ਗੋ ਦੇयर, ਆਸਕ देम द क्वेश्चन, ਅਸੀਂ ਤਾਂ ਉੱਥੇ ਹੋਵਾਂਗੇ। बिल्कुल दीदी, और पिक्स के AGM के बारे में और जानकारी अगले हफ्ते ऑल वीक वी विल लेट यू नो कि क्या हो रहा है क्या नहीं हो रहा है, एंड मेक श्योर कि एवरीबडी गोज टू असिस्टेड लिविंग सेंटर। पिक्स से सवाल पूछो, गो देयर। ये पता चला है कि अंदर नहीं बढ़ने देंगे, लेकिन बाहर खड़े होकर आप ज़रूर अपनी आवाज़ बुलंद कर सकते हो। Let the people know what's happening in PICS. ये ना हो जिस तरह से अटायरा के बारे में काफ़ी बाद में पता चला, ये हमारे कम्युनिटी में ना हो, ये एक दाग हमारे कम्युनिटी के ऊपर लग जाएगा। सो मेक श्योर करो अपने सवाल लेकर PICS के असिस्टेड लिविंग फैसिलिटी के सामने ज़रूर पहुँचो। ऑन September 10th there are gonna be a lot of people जो वहाँ पहुँचेंगे। We will be there. We want to know what's happening in PICS. सस्पेंडेड दागी रियल्टर्स बोर्ड ऑफ डायरेक्टर्स में कैसे बैठ गए? पिक्स क्या कोई और चलाकियाँ खेल रही है जो शायद हमें पता नहीं है? पिक्स के अंदर अल्कोहलिक फायर्ड किया हुआ पिक्स के खुद के ऑर्गेनाइजेशन की तरफ से वो बोर्ड ऑफ डायरेक्टर में बैठे हुए, और क्या क्या हो रहा है पिक्स की तरफ? सीनियर्स के डोनेशंस हेड ऑफ फाइनेंस के पर्सनल अकाउंट में चले जाते हैं। व्हाट्स हैपनिंग एट पिक्स? इस बारे में अगले हफ्ते भी हम आपके लिए प्रोग्राम लेकर आएंगे। आज के इस प्रोग्राम से इजाज़त चाहते हैं। अंटिल नेक्स्ट टाइम, गुड बाय एंड बी सेफ। इस AGM ਦੇ ਉੱਤੇ ਪਹੁੰਚ ਕੇ ਆਪਣੀ ਆਵਾਜ਼ ਉਠਾਉਣੀ ਹੈ ਤਾਂ ਕਿ ਸਹੀ ਬੋਰਡ ਮੈਂਬਰਾਂ ਦੀ ਚੋਣ ਹੋ ਸਕੇ। ਪ੍ਰੋਗਰਾਮ ਦੇ ਵਿੱਚ ਸਮਾਂ ਸਾਂਝਾ ਕਰਨ ਲਈ ਆਪ ਸਭ ਦਾ ਧੰਨਵਾਦ।